ਪੰਜਾਬੀ ਹੈਸ਼ਟੈਗ ਟੀਵੀ ਦੇਖ ਰਿਹਾ ਹੈ। ਵਿਸ਼ਵ ਭਰ ਦੇ ਪੰਜਾਬੀਆਂ ਨੂੰ ਹਰਪ੍ਰੀਤ ਸਿੰਘ ਵੱਲੋਂ ਸਤਿ ਸ੍ਰੀ ਅਕਾਲ, ਨਿੱਘੀ ਜੀ ਆਇਆ। ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਡੀਆ ਦੇ ਵਿੱਚ ਕਿਸਾਨ ਸੰਘਰਸ਼ ਨੂੰ ਲੈ ਕੇ ਕਿਵੇਂ ਦੇ ਹਾਲਾਤ ਨੇ ਔਰ ਦੁਨੀਆ ਭਰ ਦੇ ਵਿੱਚ ਕਿਵੇਂ ਦੇ ਪ੍ਰਭਾਵ ਹੋਣਗੇ, ਉਸ ਤੋਂ ਇਲਾਵਾ ਇੰਡੀਆ ਦੇ ਵਿੱਚ ਉਹਦੇ ਪੋਲੀਟੀਕਲੀ, ਸਮਾਜਿਕ ਤੇ ਆਰਥਿਕ ਪ੍ਰਭਾਵ ਕਿਵੇਂ ਦੇ ਰਹਿਣਗੇ, ਗੱਲਬਾਤ ਕਰਾਂਗੇ। ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਨੇ ਦਵਿੰਦਰ ਵਸਿਸ਼ਟ ਜੀ। ਵਸਿਸ਼ਟ ਸਾਹਿਬ ਸਤਿ ਸ੍ਰੀ ਅਕਾਲ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਵਸਿਸ਼ਟ ਸਾਹਿਬ, ਜਦੋਂ ਆਪਾਂ ਗੱਲ ਕਰਦੇ ਹਾਂ ਕਿਸਾਨ ਸੰਘਰਸ਼ ਦੀ ਜੀ, ਤਾਂ ਸਭ ਤੋਂ ਪਹਿਲਾਂ ਪੋਲੀਟੀਕਲੀ ਤੇ ਸਮਾਜਿਕ ਤੌਰ ਤੇ ਜਿਹੜਾ ਉਹਨੂੰ ਜਦੋਂ ਐਨਾਲਾਈਜ਼ ਕਰਦੇ ਆ ਤੇ ਕੀ ਸਮਝਦੇ ਹੋ? ਕਿਉਂਕਿ ਆਰਥਿਕ ਪ੍ਰਭਾਵ ਜਿਹੜੇ ਆ ਉਹ ਅੱਗੇ ਜਾ ਕੇ ਦੇਖੇ ਜਾ ਸਕਦੇ ਆ, ਆਰਥਿਕ ਮਾਰ ਆਪਾਂ ਉਹਨੂੰ ਮੋਟੇ-ਮੋਟੇ 'ਚ ਜਿਹੜਾ ਡਿਸਕਸ ਕਰ ਲਾਂਗੇ, ਪਰ ਸਮਾਜਿਕ ਤੇ ਰਾਜਨੀਤਿਕ ਪ੍ਰਭਾਵ ਕੀ ਪੈਣਗੇ? ਕੁਝ ਲੋਕਾਂ ਦਾ ਮੰਨਣਾ ਕਿ ਕਿਸਾਨ ਸੰਘਰਸ਼ ਬਹੁਤ ਲੰਮਾ ਚਲੇ ਗਿਆ ਵਾ ਔਰ ਇਹਦੇ 'ਚ ਕਿਸਾਨਾਂ ਨੂੰ ਸ਼ਾਇਦ ਉਹ ਕਿਸਾਨਾਂ 'ਚ ਐਨਰਜੀ ਨਹੀਂ ਰਹੀ, ਪਤਾ ਨਹੀਂ ਕੀ ਹੋਊਗਾ। ਪਰ ਪੋਲੀਟੀਕਲੀ ਜਦੋਂ ਦੇਖਦੇ ਆ ਤੇ ਤੁਸੀਂ ਐਜ ਏ ਪੋਲੀਟੀਕਲ ਐਨਾਲਿਸਟ ਕੀ ਸਮਝਦੇ ਹੋ ਕਿ ਬੀਜੇਪੀ ਨੂੰ ਸੰਘਰਸ਼ ਨੂੰ ਲਮਕਾਉਣ ਦੇ ਵਿੱਚ ਫਾਇਦਾ ਹੋ ਰਿਹਾ ਕਿ ਨੁਕਸਾਨ ਹੋ ਰਿਹਾ? ਦੇਖੋ, ਕਿਸਾਨ ਅੰਦੋਲਨ ਹੁਣ 110 ਦਿਨਾਂ ਤੋਂ ਵੀ ਉੱਪਰ ਲੰਘ ਚੁੱਕੇ ਜੀ। ਔਰ ਇਹਦੇ 'ਚ ਸਭ ਤੋਂ ਮੈਂ ਇੱਕ ਵੱਡੀ ਗੱਲ ਇਹ ਕਹੂੰਗਾ ਵੀ ਇਸ ਅੰਦੋਲਨ ਨੇ ਰਾਜਨੀਤਿਕ ਤੇ ਸਮਾਜਿਕ ਦੋਨਾਂ ਦੀ ਦਿਸ਼ਾ ਔਰ ਦਸ਼ਾ ਦੋਨੋਂ ਬਦਲ ਦਿੱਤੀ। ਹਾਂਜੀ, ਜੋ ਅੱਜ ਤੱਕ ਦੀ ਰਾਜਨੀਤੀ ਹੁਣ ਤੱਕ ਚੱਲ ਰਹੀ ਸੀ ਵੀ ਪੋਲੀਟੀਕਲ ਪਾਰਟੀਆਂ ਆਪਣੀਆਂ ਵੋਟਾਂ ਦੇ ਲਈ ਪੋਲਰਾਈਜੇਸ਼ਨ ਕਰਕੇ ਇੱਕ ਗਰੁੱਪ ਨੂੰ ਪ੍ਰਮੋਟ ਕਰਦੇ, ਦੂਜੇ ਨੂੰ ਥੱਲੇ ਸਿੱਟਦੇ। ਹਾਂਜੀ। ਔਰ ਸ਼ਹਿਰਾਂ 'ਚ ਪਿੰਡਾਂ 'ਚ ਗਰੁੱਪਿਜ਼ਮ ਪੈਦਾ ਕਰਕੇ ਆਪਣਾ ਜੋ ਰੋਟੀਆਂ ਸੇਕ ਰਹੇ ਸੀ, ਹਾਂਜੀ, ਇਹ ਬੰਦ ਹੋ ਗਈ ਜੀ ਹੁਣ। ਜੀ, ਮਤਲਬ ਕਿਸੇ ਹੱਦ ਤੱਕ ਬੰਦ ਹੋ ਗਈ ਇਹ, ਖਾਸ ਕਰਕੇ ਜਿਹੜਾ ਉੱਤਰੀ ਭਾਰਤ ਆ ਉਹਦੇ ਵਿੱਚ। ਹਾਂਜੀ। ਔਰ ਉੱਤਰੀ ਭਾਰਤ ਦਾ ਵੀ ਬਹੁਤ ਵੱਡਾ ਯੋਗਦਾਨ ਹੁੰਦਾ ਰਾਜਨੀਤੀ 'ਚ, ਜਿੱਥੇ ਮਰਜ਼ੀ ਚੱਲੇ ਜਾਣੇ ਜੀ। ਇਹ ਤਾਂ ਆਪਾਂ ਕਹਿ ਸਕਦੇ ਨੇ ਕਿ ਆਲ ਓਵਰ ਪੋਲੀਟੀਕਲ ਪਾਰਟੀਆਂ ਦਾ ਲਾਸ, ਪਰ ਬੀਜੇਪੀ ਦਾ ਕੀ ਗੇਨ ਤੇ ਕੀ ਲਾਸ ਹੋਊਗਾ ਇਹਦੇ 'ਚ? ਬੀਜੇਪੀ ਵੀ ਉਹਨਾਂ ਪਾਰਟੀਆਂ 'ਚੋਂ ਇੱਕ ਹੈ ਜੀ। ਬੀਜੇਪੀ ਦਾ ਸਭ ਤੋਂ ਵੱਡਾ ਜਿਹੜਾ ਲਾਸ ਹੈ ਇਸ ਵਕਤ ਇਹਦੇ 'ਚ ਹੋ ਰਿਹਾ ਵੀ ਉਹਨਾਂ ਦੀ ਜੋ ਇੱਕ ਹਾਈਪ ਕ੍ਰੀਏਟ ਕੀਤੀ ਸੀ ਜੀ, ਇੱਕ ਨੈਰੇਟਿਵ ਬਣਾ ਦਿੱਤਾ ਸੀ ਉਹਨਾਂ ਨੇ ਵੀ ਜੋ ਇਹ ਸਮਾਜ ਅਗਰ ਬੀਜੇਪੀ ਦੀਆਂ ਜਾਂ RSS ਦੀਆਂ ਨੀਤੀਆਂ 'ਚ ਚੱਲੂਗਾ ਤਾਂ ਉਹ ਦੇਸ਼ ਭਗਤੀ ਹੈ। ਹਾਂਜੀ। ਜਿਹੜਾ ਉਹਨਾਂ ਦਾ ਵਿਰੋਧ ਕਰੂਗਾ ਉਹ ਗੁੰਡਾ, ਹਾਂਜੀ, ਜਾਂ ਉਹ ਦੇਸ਼ ਧਰੋਹੀ ਹੈ। ਉਸ ਚੀਜ਼ ਨੂੰ ਬਿਲਕੁਲ ਖਤਮ ਕਰਤਾ। ਔਰ ਮੈਂ ਹੈਰਾਨ ਇਸ ਗੱਲ 'ਤੇ ਆ ਵੀ ਮੈਂ ਬਹੁਤ ਦੇਖਦਾ ਟੀਵੀ ਔਰ ਮੈਂ ਬੜੀਆਂ ਖਬਰਾਂ ਦੇਖਦਾ, ਸਾਰਿਆਂ ਨੂੰ ਮੈਂ ਐਨਾਲਿਸਿਸ ਕਰਦਾ ਰਹਿੰਦਾ ਜੀ ਵੀ ਜਿੰਨਾ ਜ਼ੋਰ ਜਿੰਨੇ ਚੈਨਲ ਨੇ, ਸਾਰੇ ਵੱਡੇ ਵੱਡੇ ਚੈਨਲ, ਸਾਰਿਆਂ ਨੇ ਉੱਤੇ ਇਸ ਗੱਲ ਦਾ ਪੂਰਾ ਜ਼ੋਰ ਲੱਗਿਆ ਹੋਇਆ ਸੀ, ਇਸੇ ਮਤਲਬ RSS ਤੇ ਬੀਜੇਪੀ ਦੀ ਵਿਚਾਰਧਾਰਾ ਨੂੰ ਸਹੀ ਸਾਬਤ ਕਰਨ 'ਤੇ। ਹਾਂਜੀ। ਉਹ ਮੁੱਦੇ ਮੂੰਹ ਡਿੱਗਿਆ। ਔਰ ਜਿਹੜੇ ਸੋਸ਼ਲ ਮੀਡੀਆ ਸੀ ਉਸ ਨੇ ਇਸ ਚੀਜ਼ ਨੂੰ ਬਿਲਕੁਲ ਨਿਰਪੱਖ ਹੋ ਕੇ ਸਾਹਮਣੇ ਚੰਗੀਆਂ ਚੰਗੀਆਂ ਗੱਲਾਂ ਲਿਆਂਦੀਆਂ ਔਰ ਲੋਕਾਂ ਦੇ ਦਿਲਾਂ 'ਚ ਉਹ ਚਲੀਆਂ ਗਈਆਂ। ਹੁਣ ਉਹ ਦੁਨੀਆ ਉਹ ਨਹੀਂ ਰਹੀ ਜੀ ਜਿਹੜੀ ਅੱਜ ਤੋਂ 20 ਸਾਲ ਜਾਂ 30 ਸਾਲ ਪਹਿਲਾਂ ਸੀ। ਹੁਣ ਅੱਜ ਕੱਲ੍ਹ ਦੀ ਜਿਹੜੀ ਯੰਗ ਜਨਰੇਸ਼ਨ ਆ ਉਹ ਬਹੁਤ ਚੀਜ਼ਾਂ ਸਮਝਦੀ ਹੈ, ਉਹ ਹਾਈਟੈਕ ਹੈ, ਵੈਲ ਇਕੁਇਪਡ ਹੈ, ਉਹ ਉਹਨਾਂ ਕੋਲੇ ਸਮਾਰਟਫੋਨ ਨੇ, ਸੋ ਉਹ 1 ਮਿੰਟ 'ਚ ਕੈਚ ਕਰਦੇ ਨੇ ਜੀ। ਸੋ ਇਹਦੇ 'ਚ ਸਭ ਤੋਂ ਵੱਡਾ ਨੁਕਸਾਨ ਬੀਜੇਪੀ ਨੂੰ ਇਹ ਹੋ ਗਿਆ ਵੀ ਜੋ ਉਹ ਸੋਚ ਰਹੀ ਸੀ ਨਾ ਵੀ ਅਸੀਂ ਹੁਣ RSS ਤੇ ਬੀਜੇਪੀ ਦਾ ਜੋ ਇੱਕ ਹਿੰਦੂਤਵ ਜਿਹੜਾ ਏਜੰਡਾ ਸੀ ਵੀ ਉਸੇ ਦੇ ਸਿਰ 'ਤੇ ਅਸੀਂ ਆਉਣ ਵਾਲੇ ਵਰ੍ਹਿਆਂ ਦੇ ਵਿੱਚ ਰਾਜ ਕਰਾਂਗੇ, ਉਹ ਖਤਮ ਹੋ ਗਿਆ। ਹੁਣ ਉਹਨਾਂ ਨੂੰ ਦੁਬਾਰਾ ਬੈਠ ਕੇ ਥਿੰਕ ਕਰਨਾ ਪੈਣਾ, ਸੋਚਣਾ ਪੈਣਾ ਹੈ ਵੀ ਹੁਣ ਅਸੀਂ ਇਹੋ ਜਿਹੀ ਕਿਹੜੀ ਚੀਜ਼ ਲੈ ਕੇ ਆਈਏ ਵੀ ਸਾਨੂੰ ਲੋਕ ਦੁਬਾਰਾ ਫੇਰ ਅੱਗੇ ਇਲੈਕਸ਼ਨ 'ਚ ਲੈ ਕੇ ਆਉਣ। ਸਭ ਤੁਸੀਂ ਹਿੰਦੂਤਵ ਦੇ ਏਜੰਡੇ ਦੀ ਗੱਲ ਕੀਤੀ। ਰਾਮ ਮੰਦਿਰ ਸਭ ਤੋਂ ਵੱਡਾ ਮੁੱਦਾ ਰਿਹਾ ਵਾ ਪਿਛਲੇ ਕਈ ਦਹਾਕਿਆਂ ਤੋਂ ਇਹਨਾਂ ਲਈ, ਔਰ ਉਹਨੂੰ ਲਗਾਤਾਰ ਕੈਸ਼ ਵੀ ਕਰਦੇ ਰਹੇ ਨੇ। ਹੁਣ ਰਾਮ ਮੰਦਿਰ ਬਣਨਾ ਵੀ ਸ਼ੁਰੂ ਹੋ ਗਿਆ, ਪਰ ਜਿੰਨਾ ਵਿਰੋਧ ਉੱਥੋਂ ਬਨਾਰਸ ਤੋਂ ਉੱਠ ਰਿਹਾ ਵਾ ਬੀਜੇਪੀ ਦੇ ਖਿਲਾਫ, ਜਿਹੜੇ ਉੱਥੋਂ ਦੇ ਮਹੰਤ ਨੇ, ਮੱਠਾਂ ਦੇ ਇੰਚਾਰਜ ਨੇ, ਜਿਹੜੇ ਵੱਖ-ਵੱਖ ਅਖਾੜਿਆਂ ਦੇ ਇੰਚਾਰਜ ਨੇ, ਉਹਦਾ ਕੀ ਕਾਰਨ ਆ? ਜਦੋਂ ਕਿ ਰਾਮ ਮੰਦਿਰ ਨਾਲ ਸਾਰਿਆਂ ਦੀਆਂ ਆਸਥਾ ਜੁੜੀਆਂ ਸੀ, ਜਿੰਨੇ ਵੀ ਹਿੰਦੂ ਸੰਤ ਮਹਾਂਪੁਰਖ ਸੀਗੇ, ਪਰ ਅੱਜ ਹਿੰਦੂ ਮੰਦਿਰ ਬਣਾਉਣ ਜਾ ਰਹੀ ਹੈ ਜਦੋਂ ਬੀਜੇਪੀ, ਉਦੋਂ ਕਿਉਂ ਵਿਰੋਧ ਹੋਏ ਫਿਰਦੇ ਨੇ? ਉਹ ਦੇਖੋ ਜੀ, ਇਹੋ ਜਿਹੇ ਜਿਹੜੇ ਵੱਡੇ ਕੰਮ ਹੁੰਦੇ ਨੇ ਉਹਨਾਂ 'ਚ ਰੌਲਾ ਜ਼ਰੂਰ ਪੈਂਦਾ ਜੀ। ਸਭ ਤੋਂ ਵੱਡਾ ਰੌਲਾ ਇਹਦੇ 'ਚ ਇਹ ਪੈ ਰਿਹਾ ਵੀ ਜਦੋਂ ਤੋਂ ਇਹ ਰਾਮ ਮੰਦਿਰ ਦਾ ਰੌਲਾ ਸ਼ੁਰੂ ਹੋਇਆ, ਬਾਬਰੀ ਮਸਜਿਦ ਜਦੋਂ ਢਾਈ, ਉਦੋਂ ਤੋਂ ਲੈ ਕੇ ਹੁਣ ਤੱਕ ਜੀ ਰਾਮ ਮੰਦਿਰ ਦੇ ਨਾਂ 'ਤੇ ਕਰੋੜਾਂ ਅਰਬਾਂ ਰੁਪਈਆਂ ਦਾ ਚੰਦਾ ਇਕੱਠਾ ਕੀਤਾ ਜਾ ਚੁੱਕਿਆ ਹੈ। ਹਾਂਜੀ। ਔਰ ਜਦੋਂ ਇਹ ਜੱਜਮੈਂਟ ਆਉਣੀ ਸੀ ਬਾਬਰੀ ਮਸਜਿਦ ਤੇ ਰਾਮ ਮੰਦਿਰ ਦੀ ਉਸਾਰੀ ਹੋਵੇ ਜਾਂ ਨਾ ਸੁਪਰੀਮ ਕੋਰਟ ਦੀ, ਤਾਂ ਉਸ ਵਕਤ ਵਿਸ਼ਵ ਹਿੰਦੂ ਪ੍ਰੀਸ਼ਦ, RSS, BJP ਸਾਰੇ ਕਹਿੰਦੇ ਸੀ ਵੀ ਸਾਡੇ ਕੋਲ ਇੰਨਾ ਕੁ ਪੈਸਾ ਪਿਆ ਵੀ ਅਸੀਂ ਇਹੋ ਜਿਹੇ 3 ਮੰਦਿਰ ਬਣਾ ਲਾਂਗੇ, 2 ਬਣਾ ਲਾਂਗੇ ਜੀ।
ਪਰ ਕੀ ਹੋਇਆ ਜਦੋਂ ਉਹ ਹੱਕ 'ਚ ਫੈਸਲਾ ਵੀ ਆ ਗਿਆ, ਰਾਮ ਮੰਦਿਰ ਬਣਾਉਣ ਲਈ ਰਾਹ ਵੀ ਖੁੱਲ੍ਹ ਗਿਆ। ਹਾਂਜੀ ਜਿਹੜੀਆਂ ਮੁਸਲਮਾਨ ਕਮਿਊਨਿਟੀ ਸੀ, ਜਿਹੜੀਆਂ ਉਹਦੀਆਂ ਧਿਰਾਂ ਸੀ, ਉਹਨਾਂ ਨੇ ਵੀ ਉਹਦੇ 'ਚ ਹਾਮੀ ਭਰਤੀ। ਹਾਂਜੀ ਤਾਂ ਉਦੋਂ ਬਾਅਦ ਇਹ ਕਹਿੰਦੇ ਜੀ ਵੀ ਹੁਣ ਸਾਨੂੰ ਰਾਮ ਮੰਦਿਰ ਬਣਾਉਣ ਵਾਸਤੇ ਪੈਸਾ ਚਾਹੀਦਾ ਜੀ। ਫਿਰ ਚੰਦਾ ਸ਼ੁਰੂ ਕਰਤਾ ਜੀ, ਔਰ ਉਹਦੇ ਲਈ ਇੱਕ ਇਹਨਾਂ ਨੇ ਅਲੱਗ ਇੱਕ ਅਕਾਊਂਟ ਖੋਲ੍ਹ ਲਿਆ। ਉੱਥੇ ਰੌਲਾ ਇਹ ਪੈ ਗਿਆ ਵੀ ਜਿਹੜੇ ਮਹੰਤ ਸੀ ਜਾਂ ਸਾਰੇ ਉਹ ਕਹਿੰਦੇ ਵੀ ਇਹ ਬੀਜੇਪੀ ਆਪਦੇ ਚੁਣਾਵੀ ਚੰਦੇ ਵਾਸਤੇ ਪੈਸਾ ਇਕੱਠਾ ਕਰ ਰਹੀ ਹੈ ਜੀ। ਉਹਨਾਂ ਦਾ ਇਹ ਇਲਜ਼ਾਮ ਹੈ, ਅਲੱਗ-ਅਲੱਗ ਚੈਨਲਾਂ ਤੇ ਪਏ ਨੇ ਜੀ। ਔਰ ਬੀਜੇਪੀ ਕਹਿੰਦੀ ਵੀ ਨਹੀਂ, ਸਾਨੂੰ ਤਾਂ ਪੈਸੇ ਦੀ ਲੋੜ ਨਹੀਂ, ਸਾਡੇ ਕੋਲ ਤਾਂ ਪੈਸਾ ਬਹੁਤ ਹੈ। ਹਾਂ, ਸਾਡੇ ਕੋਲ ਤਾਂ ਵੱਡੇ ਘਰਾਣੇ ਆ, ਉਹਨਾਂ ਦੇ ਪੈਸਾ ਆਉਂਦਾ ਹੈ, ਹਾਂਜੀ, ਚੋਣ ਫੰਡ ਆਉਂਦਾ ਹੈ, ਇਹ ਤਾਂ ਅਸੀਂ ਰਾਮ ਮੰਦਿਰ ਵਾਸਤੇ ਹੈ। ਸੋ ਕੁਐਸਚਨ ਇਹ ਹੈ ਵੀ ਜੇ ਰਾਮ ਮੰਦਿਰ ਵਾਸਤੇ ਹੁਣ ਚੰਦਾ ਇਕੱਠਾ ਕਰਦੇ ਤਾਂ ਜਿਹੜਾ ਪਹਿਲਾਂ ਚੰਦਾ ਸੀ ਉਹ ਕਿੱਥੇ ਚਲਾ ਗਿਆ? ਕਿਉਂਕਿ ਜਿਹੜੇ ਇਹਨਾਂ ਦੇ ਵਕੀਲ ਸੀ ਉਹ ਤਾਂ ਸਰਕਾਰੀ ਸੀ, ਬਿਲਕੁਲ, ਉਹਨਾਂ ਨੇ ਤਾਂ ਕੋਈ ਪੈਸਾ ਲਿਆ ਨਹੀਂ। ਹਾਂਜੀ। ਸੋ ਇਸ ਗੱਲ ਕਰਕੇ ਔਰ ਉੱਥੇ ਚੌਧਰ ਦਾ ਵੀ ਰੌਲਾ ਪੈ ਗਿਆ ਜੀ। ਹੁਣ ਮਹੰਤਾਂ ਦੇ ਇੰਨੇ ਅਖਾੜੇ ਹੈ ਜੀ, ਉਹ ਆਪਣੇ ਸੰਯੁਕਤ ਕਿਸਾਨ ਮੋਰਚੇ ਨੂੰ ਸਾਰੇ ਸਮਝਦਾਰ ਤਾਂ ਹੈ ਨਹੀਂ ਜੀ ਵੀ ਚਲੋ ਜੀ ਤੁਸੀਂ ਸਾਰਿਆਂ ਨੇ ਕਹਿਤਾ, ਜਿਵੇਂ ਰਾਜੇਵਾਲ ਸਾਹਿਬ ਸਾਰਿਆਂ ਤੋਂ ਮੂਹਰੇ ਚੱਲਦੇ ਆ। ਹਾਂਜੀ। ਔਰ ਜਿਹੜੇ ਇੱਕ ਹੋਰ ਬਹੁਤ ਵੱਡਾ ਜੱਥਾ ਆਪਣੇ ਕਿਸਾਨ ਯੂਨੀਅਨ ਦਾ ਜੀ, ਉਹ ਉਗਰਾਹਾਂ ਜੀ, ਉਹ ਕਹਿੰਦੇ ਵੀ ਉਹ ਵਿੱਚ ਨਹੀਂ ਬੇਸ਼ੱਕ ਉਹਨਾਂ ਦੇ, ਪਰ ਉਹ ਨਾਲ ਲਿਆਂਦੇ ਨੇ, ਪਰ ਉਹ ਕਹਿੰਦੇ ਵੀ ਕੋਈ ਗੱਲ ਨਹੀਂ, ਕੰਮ ਤਾਂ ਕਿਸਾਨਾਂ ਦਾ। ਸੋ ਉਸ ਬੇਸ ਤੇ ਇਹ ਯੂਨਿਟੀ ਨਹੀਂ ਹੈਗੀ ਉੱਥੇ, ਕਿਉਂਕਿ ਮਹੰਤ ਵੀ ਕਿਤੇ ਨਾ ਕਿਤੇ ਵੰਡੇ ਆ, ਮਹੰਤ ਆਪਸ ਵਿੱਚ ਵੰਡੇ ਗਏ ਉੱਥੇ। ਔਰ ਉਹਦਾ ਰੌਲਾ ਇਹ ਰਿਹਾ ਵੀ ਉਹਦੇ 'ਚ ਬੀਜੇਪੀ ਬਦਨਾਮ ਹੋ ਰਹੀ ਹੈ ਜੀ। ਪਰ ਮਹੰਤਾਂ ਦਾ ਖੁੱਲ੍ਹ ਕੇ ਕਿਸਾਨਾਂ ਦੇ ਅੰਦੋਲਨ ਦੇ ਹੱਕ ਦੇ ਵਿੱਚ ਆ ਜਾਣਾ ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਜਿਹੜਾ ਹਿੰਦੂ ਵੋਟ ਸੀਗਾ ਬੀਜੇਪੀ ਦਾ ਜੀ, ਉਹ ਵੱਡੇ ਨੁਕਸਾਨ ਹੋਣ ਜਾ ਰਿਹਾ ਵਾ ਬੀਜੇਪੀ ਲਈ ਉਹਦਾ? ਦੇਖੋ, ਮੈਂ ਇੱਕ ਚੀਜ਼ ਮੈਨੂੰ ਥੋੜ੍ਹੀ ਜਿਹੀ ਹੈਰਾਨੀ ਹੁੰਦੀ ਵੀ ਜਿਹੜੇ RSS ਦੇ ਮੋਹਨ ਭਾਗਵਤ ਨੇ, ਉਹ ਹਰ ਇੱਕ ਵਿਸ਼ੇ ਦੇ ਉੱਤੇ ਬਹੁਤ ਖੁੱਲ੍ਹ ਕੇ ਬੋਲਦੇ ਆ ਜੀ। ਔਰ ਇਸ ਵਕਤ ਕੀ ਹੋ ਰਿਹਾ ਵੀ ਉਹਨਾਂ ਨੇ ਕਿਸਾਨੀ ਮੁੱਦੇ ਦੇ ਉੱਤੇ ਖੁੱਲ੍ਹ ਕੇ ਨਹੀਂ ਬੋਲੇ। ਮੈਂ ਇਹ ਸਮਝਦਾ ਵੀ ਜੇ ਉਹ ਸਮਝਦੇ ਹੁੰਦੇ ਵੀ ਇਹ ਕਿਸਾਨਾਂ ਦੇ ਹੱਕ 'ਚ ਕਾਨੂੰਨ ਹੈਗੇ ਤਾਂ ਉਹ ਜ਼ਰੂਰ ਇਸ ਗੱਲ ਦੇ ਉੱਤੇ ਟਿੱਪਣੀ ਕਰਦੇ ਜੀ। ਪਰ ਅੰਦਰ ਖਾਤੇ ਮੈਨੂੰ ਕਿਤੇ ਲੱਗ ਰਿਹਾ ਵੀ ਜੋ ਕੁਛ ਅਡਵਾਨੀ ਔਰ ਵਾਜਪਾਈ ਵੇਲੇ ਜੋ ਇੱਕ ਖਿੱਚੋਤਾਣ ਸੀ ਬੀਜੇਪੀ 'ਚ, ਉਹ ਹੁਣ ਹੋ ਰਹੀ ਹੈ ਅੰਦਰ ਖਾਤੇ ਜੀ। ਔਰ ਹੁਣ ਅੰਦਰ ਖਾਤੇ ਇਹ ਹੋ ਰਿਹਾ ਵੀ ਇੱਕ ਆਮ ਲੋਕਾਂ ਚ ਪਬਲਿਕ ਰਾਏ 'ਚ ਇਹ ਬਣ ਗਈ ਵੀ ਬੀਜੇਪੀ ਨੂੰ ਹੁਣ ਆਪਣਾ ਮੋਦੀ ਸਾਹਿਬ ਤੇ ਅਮਿਤ ਸ਼ਾਹ ਹੀ ਚਲਾ ਰਹੇ ਨੇ, ਦੋ ਬੰਦੇ, ਔਰ RSS ਦੀ ਉਹਦੇ ਵਿੱਚ ਕੋਈ ਵੀ ਹੁਣ ਪਹੁੰਚ ਨਹੀਂ ਰਹੀ ਜੀ। ਸੋ ਇਹ ਇੱਕ ਜਿਹੜਾ ਹੈ ਇਹ ਵੀ ਇੱਕ ਬਹੁਤ ਵੱਡਾ ਕੁਐਸਚਨ ਹੈ ਵੀ ਕੀ ਹੋਊਗਾ ਆਉਣ ਵਾਲੇ ਸਮੇਂ 'ਚ। ਬਾਕੀ ਕਿਸਾਨਾਂ ਨੇ ਜੇ ਵੇਖਿਆ ਜਾਵੇ ਤੇ ਕਿਸਾਨਾਂ ਨੇ ਕੀ ਗਵਾਇਆ ਤੇ ਕੀ ਖੱਟਿਆ ਇਹਦੇ 'ਚ? ਮੈਂ ਤੁਹਾਡਾ ਪਹਿਲਾਂ ਉਹ ਉੱਤਰ ਦਿਆਂ ਵੀ ਜਿਹੜਾ ਮਹੰਤ ਸਾਰੇ ਹੁਣ ਕਿਸਾਨਾਂ ਦੇ ਹੱਕ 'ਚ ਕਿਉਂ ਆ ਰਹੇ ਨੇ, ਇਹ ਵੀ ਜਿੱਥੇ ਤੱਕ ਮੈਂ ਸਮਝਦਾ ਵੀ ਇਹ RSS ਦੇ ਅੰਦਰ ਵੀ ਕਈ ਧਾਰਾਵਾਂ, ਵਿਚਾਰਧਾਰਾਵਾਂ ਹੈ। ਹਾਂਜੀ। ਉਹਨਾਂ 'ਚੋਂ ਇੱਕ ਗਰੁੱਪ ਇਹ ਵੀ ਹੈ ਵੀ ਜਿਹੜਾ ਕਿਸਾਨਾਂ ਦਾ ਸਮਰਥਨ ਕਰਦਾ ਹੈ ਅੰਦਰ ਖਾਤੇ। ਸੋ ਜਿਹੜੇ ਮਹੰਤ ਨੇ ਉਹ ਮੁਖਰ ਹੁੰਦੇ ਆ, ਬਹੁਤ ਮੂੰਹ ਫੱਟ ਹੁੰਦੇ ਆ। ਹਾਂਜੀ। ਉਹਨਾਂ ਨੂੰ ਕੋਈ ਡਰ ਨਹੀਂ ਹੁੰਦਾ ਕਿਸੇ, ਉਹਨਾਂ ਨੇ ਵੋਟਾਂ ਨਹੀਂ ਲੈਣੀਆਂ ਹੁੰਦੀਆਂ, ਉਹ ਆਪਣੇ ਅਖਾੜਿਆਂ ਤੱਕ ਉਹਨਾਂ ਦਾ ਮਤਲਬ ਹੁੰਦਾ। ਹਾਂਜੀ। ਸੋ ਇਹ ਮੇਰਾ ਇਹ ਆਪਣਾ ਪਰਸਨਲ ਨਿੱਜੀ ਵਿਚਾਰ ਹੈ ਵੀ ਜੋ RSS ਦਾ ਹੀ ਇੱਕ ਵਿਚਾਰਧਾਰਾ ਦੇ ਵਿੱਚੋਂ ਜਿਹੜਾ ਇੱਕ ਗਰੁੱਪ ਜਿਹੜਾ ਸਮਝਦਾ ਵੀ ਇਹ ਮੋਦੀ ਦੀ ਸਰਕਾਰ ਗਲਤ ਕਰ ਰਹੀ ਹੈ, ਇਹ ਉਹਨਾਂ ਵੱਲੋਂ ਇੱਕ ਕੈਂਪੇਨ ਚਲਾਇਆ ਜਾ ਰਿਹਾ ਔਰ ਉਹ ਆਪਣੇ ਲਈ ਚੰਗਾ ਹੈ, ਕਿਸਾਨਾਂ ਦੇ ਮੋਰਚੇ ਲਈ ਚੰਗਾ ਹੈ, ਆਮ ਇੰਡੀਅਨ ਜਿਹੜਾ ਹੈਗਾ ਵਾ ਸਿਟੀਜ਼ਨ ਉਹਦੇ ਲਈ ਚੰਗਾ ਹੈ। ਔਰ ਇਹਦੇ 'ਚ ਇਹ ਸਰਟਨ ਇਹ ਇੱਕ ਪੱਕੀ ਗੱਲ ਹੈ ਵੀ ਬੀਜੇਪੀ ਦੀ ਵੋਟ ਨੂੰ ਖੋਰਾ ਲੱਗਣਾ ਸ਼ੁਰੂ ਹੋ ਗਿਆ ਜੀ। ਔਰ ਇਹ ਆਉਣ ਵਾਲੇ ਜਿੰਨੇ ਵੀ ਇਲੈਕਸ਼ਨ ਹੋਣੇ ਆ ਉਹਨਾਂ ਦੇ ਵਿੱਚ ਪਤਾ ਲੱਗੂਗਾ ਜੀ। ਇੱਕ ਛੋਟਾ ਜਿਹਾ ਬ੍ਰੇਕ ਲੈ ਲਈਏ ਜੀ। ਇੱਕ ਛੋਟਾ ਜਿਹਾ ਬ੍ਰੇਕ ਲੈਣੇ ਜੀ। ਬ੍ਰੇਕ ਤੋਂ ਬਾਅਦ ਗੱਲਬਾਤ ਇਸੇ ਤਰ੍ਹਾਂ ਜਾਰੀ ਰੱਖਾਂਗੇ। ਵਾਪਸ ਆਉਂਦੇ ਆ ਬ੍ਰੇਕ ਤੋਂ ਬਾਅਦ। ਵੈਲਕਮ ਬੈਕ ਜੀ। ਬ੍ਰੇਕ ਤੋਂ ਬਾਅਦ ਪ੍ਰੋਗਰਾਮ ਲੈ ਕੇ ਫਿਰ ਤੁਹਾਡੇ ਲਈ ਹਾਜ਼ਰ ਆ। ਬ੍ਰੇਕ ਤੋਂ ਪਹਿਲਾਂ ਗੱਲਬਾਤ ਕਰ ਰਹੇ ਸੀ ਅਸੀਂ ਬੀਜੇਪੀ ਤੇ RSS। ਤੁਸੀਂ ਸਭ RSS ਬੀਜੇਪੀ ਨੂੰ ਮੱਕੇ ਲੈ ਕੇ ਆਉਣ ਵਾਲੀ ਇੱਕ ਸੰਸਥਾ ਵਾ ਜੀ। ਬਿਲਕੁਲ। ਪਰ RSS ਨੇ ਇੱਕ ਬੜਾ ਵੱਡਾ ਹਰਾ ਬਬਲ ਬਣਾ ਲਿਆ ਸੀਗਾ। ਉਹਨੂੰ ਦੇਸ਼ ਭਗਤੀ ਦਾ ਵੀ ਕਹਿ ਸਕਦੇ ਆ, ਜਾਂ ਹਿੰਦੂ ਜਿਹੜੇ ਵੋਟਰ ਨੇ, ਬਹੁਤ ਗਿਣਤੀ ਹਿੰਦੂਆਂ ਦੀ ਇੰਡੀਆ ਦੇ ਵਿੱਚ, ਉਹਨਾਂ ਨੂੰ ਵੀ ਕਿਤੇ ਨਾ ਕਿਤੇ ਉਹਨਾਂ ਨੇ ਇਹ ਚੀਜ਼ ਲਈ ਕਨਵਿੰਸ ਕਰ ਲਿਆ ਸੀਗਾ ਕਿ ਜੇ ਮੁਲਕ ਨੂੰ ਜਾਂ ਮੁਲਕ ਦੀ ਦੇਸ਼ ਭਗਤੀ ਦੀ ਗੱਲ ਆਉਂਦੀ ਆ, ਮੁਲਕ ਦੀ ਪ੍ਰੋਗਰੈਸ ਦੀ ਗੱਲ ਆਉਂਦੀ ਆ, ਤੇ ਇਹਨੂੰ ਸਾਡੇ ਏਜੰਡੇ ਦੇ ਤਹਿਤ ਹੀ ਅੱਗੇ ਲਿਜਾਇਆ ਜਾ ਸਕਦਾ ਜੀ। ਕੀ ਲੱਗਦਾ ਕਿ ਹੁਣ ਕਿਸਾਨ ਸੰਘਰਸ਼ ਦੇ ਵਿੱਚ ਜੋ ਕੁਝ ਉੱਥੇ ਵਾਪਰਿਆ, ਉਹ RS ਕਿਤੇ ਨਾ ਕਿਤੇ ਮੰਨਦੀ ਆ ਕਿ ਜੇ ਲੰਬਾ ਸੰਘਰਸ਼ ਜਾਂਦਾ ਵਾ ਤੇ ਇਹਦਾ ਨੁਕਸਾਨ ਬੀਜੇਪੀ ਨੂੰ ਹੋਊਗਾ, ਪਰ ਉਹ ਬੀਜੇਪੀ ਨੂੰ ਖੁੱਲ੍ਹ ਕੇ ਕਿਉਂ ਨਹੀਂ ਕਹਿ ਰਹੀ? ਔਰ ਉਹ ਜਿਹੜਾ ਬੱਬਲ ਬਣਿਆ ਸੀ ਕਿਤੇ ਨਾ ਕਿਤੇ ਉਹ ਫਟਦਾ ਨਜ਼ਰ ਆ ਰਿਹਾ। RSS ਦਾ ਇੱਕ ਬਹੁਤ ਵੱਡਾ
ਜਿਹੜਾ ਹੈ ਇੱਕ ਪੁਆਇੰਟ ਇਹ ਹੈ ਜੀ, ਪਲੱਸ ਪੁਆਇੰਟ ਕਹਿ ਲਓ ਉਹਨੂੰ ਤੁਸੀਂ ਜੀ। ਚਾਹੇ, ਉਹਨਾਂ 'ਚ ਡਿਸਪਲਿਨ ਬਹੁਤ ਜ਼ਿਆਦਾ। ਅਗਰ ਹੁਣ ਉਹ ਖੁੱਲ੍ਹ ਕੇ ਸਰਕਾਰ ਦੇ ਖਿਲਾਫ ਹੁੰਦੇ ਨਾ ਆਪਦੇ ਤੇ ਉਹਨਾਂ ਨੇ ਜੋ 70 ਸਾਲਾਂ 'ਚ ਕਮਾਈ ਕੀਤੀ ਸੀ ਉਹ ਸਾਰੀ ਖਤਮ ਹੋ ਜਾਣੀ। RSS ਦਾ ਪ੍ਰਭਾਵ ਖਤਮ ਹੋ ਜਾਣਾ। ਹਾਂਜੀ। ਹੁਣ ਇਸ ਵਕਤ ਉਹ ਮੰਥਨ ਚੱਲ ਰਿਹਾ RSS ਦੇ ਅੰਦਰ, ਇਹਦੇ 'ਚ ਕੋਈ ਦੋ ਰਾਏ ਨਹੀਂ। ਉਹ ਆਪਣਾ ਬਾਹਰ ਆ ਕੇ ਮੀਡੀਆ 'ਚ ਆ ਕੇ ਕੁਛ ਕਹਿਣ ਜਾਂ ਨਾ ਕਹਿਣ, ਪਰ ਇਹ ਗੱਲ ਹੈ ਵੀ ਤਰਥੱਲੀ ਮੱਚੀ ਹੋਈ ਉਹਨਾਂ ਦੇ ਅੰਦਰ ਵੀ ਆਪਾਂ ਇਹਨਾਂ ਦੋ ਜਿਹੜੇ ਬੇਕਾਬੂ ਹੋਏ ਉਹਨਾਂ ਦੇ ਦੋ ਲੀਡਰ ਨੇ ਵੀ ਉਹਨਾਂ ਨੂੰ ਕਿਵੇਂ ਕਾਬੂ ਕੀਤਾ ਜਾਵੇ ਜੀ। ਸੋ ਇੱਥੇ ਮੈਂ ਤੁਹਾਨੂੰ ਇਹ ਗੱਲ ਕਹਿਣੀ ਚਾਹੂੰਗਾ ਵੀ RSS ਨੂੰ ਇਹ ਗੱਲ ਭਲੀ ਭਾਂਤ ਪਤਾ ਹੈ ਵੀ ਸਾਡਾ ਨੁਕਸਾਨ ਹੋ ਰਿਹਾ। ਹਾਂ, ਜੇ ਉਹ ਜਿਸ ਤਰ੍ਹਾਂ ਦਾ ਉਹਨਾਂ ਨੇ ਇੱਕ ਨਰੇਟਿਵ ਸੈੱਟ ਕੀਤਾ ਸੀ ਦੇਸ਼ ਭਗਤੀ ਦਾ ਵੀ ਸਿਰਫ ਹਿੰਦੂਤਵ ਰੱਖ ਕੇ ਜਾਂ ਹਿੰਦੂ ਜਿਹੜੀ ਕਮਿਊਨਿਟੀ ਹੈ ਇਕੱਠੇ ਹੋ ਤੁਸੀਂ, ਤੁਹਾਡੇ ਖਿਲਾਫ ਜੇ ਮੁਸਲਮਾਨ ਆ ਜਿਹੜੇ ਉਹ ਤੁਹਾਡੇ ਦੁਸ਼ਮਣ ਨੇ, ਉਹ ਉਸ ਗੱਲ ਨਾਲ ਨਾ ਮੈਂ ਪਹਿਲਾਂ ਕਦੇ ਸਹਿਮਤ ਸੀ, ਨਾ ਮੈਂ ਅੱਜ ਤੇ ਨਾ ਹੀ ਹੋਊਗਾ ਜੀ। ਕਿਉਂਕਿ ਮੈਂ ਸਮਝਦਾ ਵੀ ਜਿਹੜੇ ਇੰਡੀਆ ਦੇ ਵਿੱਚ ਜਿੰਨੇ ਵੀ ਵਸਿੰਦੇ ਨੇ ਉਹ ਸਾਰੇ ਦੇਸ਼ ਭਗਤ ਹੈ। ਬਿਲਕੁਲ। ਜੇ ਕੋਈ ਮੁਸਲਮਾਨ ਹੈ ਤਾਂ ਉਹ ਘੱਟ ਦੇਸ਼ ਭਗਤ ਨਹੀਂ, ਕ੍ਰਿਸਚੀਅਨ ਕੋਈ ਹੈ ਤਾਂ ਉਹ ਘੱਟ ਦੇਸ਼ ਭਗਤ ਨਹੀਂ, ਕੋਈ ਸਿੱਖ ਹੈ ਤਾਂ ਉਹ ਦੇਸ਼ ਭਗਤ ਘੱਟ ਨਹੀਂ ਹੈ ਜੀ, ਹਿੰਦੂ ਹੈ ਤਾਂ ਉਹ ਵੀ ਦੇਸ਼ ਭਗਤ ਨੇ। ਇਹ ਸਿਰਫ ਇੱਕ ਡਿਵਾਈਡ ਐਂਡ ਰੂਲ ਵਾਲੀ ਇੱਕ ਪਾਲਿਸੀ ਸੀ ਵੀ ਵੋਟਾਂ ਨੂੰ ਇਕੱਠਾ ਕਰਨਾ ਸੀ। ਕਰ ਜੇ ਆਪਾਂ ਆਖੀਏ ਵੀ ਵੋਟਾਂ ਨੂੰ ਪੋਲਰਾਈਜ਼ ਪਹਿਲਾਂ ਵੀ ਹੁੰਦੀਆਂ ਸੀ, ਪਹਿਲਾਂ ਜਾਤਾਂ ਦੇ ਹਿਸਾਬ ਨਾਲ ਹੁੰਦੀਆਂ ਸੀ, ਹੁਣ ਧਰਮ ਦੇ ਹਿਸਾਬ ਨਾਲ ਹੋ ਰਿਹਾ ਜੀ। ਸੋ ਜਦੋਂ ਕਾਂਗਰਸ ਦੀਆਂ ਸਰਕਾਰਾਂ ਆਉਂਦੀਆਂ ਸੀ ਉਦੋਂ ਜਿਸ ਤਰ੍ਹਾਂ ਵੋਟਾਂ ਪੈਂਦੀਆਂ ਸੀ ਆਪਣੀਆਂ ਜਾਤਾਂ ਦੇ ਹਿਸਾਬ ਨਾਲ, ਦਲਿਤ ਵੋਟ ਜਾਂ ਜਿਹੜੀ ਪਛੜੀਆਂ ਜਾਤੀਆਂ ਦੀ ਵੋਟ, ਜਿਹੜੇ ਜਾਟ ਸੀ ਉਹ ਇੱਕ ਪਾਸੇ ਹੋ ਜਾਂਦੇ ਸੀ, ਨਾਨ ਜਾਟ ਇੱਕ ਪਾਸੇ ਹੋ ਜਾਂਦੇ ਸੀ। ਹੁਣ ਇਹਨਾਂ ਨੇ ਜਾਟਾਂ ਔਰ ਨਾਨ ਜਾਟਾਂ ਦੇ ਵਿੱਚੋਂ ਜਿਹੜੇ ਹਿੰਦੂ ਸੀ ਉਹ ਇੱਕ ਪਾਸੇ ਕਰ ਲਏ, ਜਿਹੜੇ ਹੋਰ ਬਾਕੀ ਘੱਟ ਗਿਣਤੀਆਂ ਉਹਨਾਂ ਨੂੰ ਪਾਸੇ ਕੱਢਤਾ। ਹਾਂਜੀ। ਸੋ ਇਹ ਪੋਲਰਾਈਜੇਸ਼ਨ ਦੋਹੇ ਜਿਹੜੀਆਂ ਮੇਨ ਪਾਰਟੀਆਂ ਸੀ, ਮੇਨ ਸਟ੍ਰੀਮ ਪਾਰਟੀਆਂ, ਉਹਨਾਂ ਨੇ ਕੀਤੀ ਹੈ। ਹਾਂਜੀ। ਪਰ ਮੈਂ ਤੁਹਾਨੂੰ ਫੇਰ ਉੱਥੇ ਹੀ ਆ ਲੈ ਆਉਣਾ ਵੀ ਇਹ ਜਿਹੜੀ ਪੋਲਰਾਈਜੇਸ਼ਨ ਦਾ ਜਿਹੜਾ ਤਰੀਕਾ ਸੀ ਇਹ ਖਤਮ ਕਰ ਦਿੱਤਾ ਹੈ ਇਸ ਯੁੱਧ ਨੇ ਜਿਹੜਾ ਕਿਸਾਨਾਂ ਨੇ ਰੰਭਿਆ ਹੋਇਆ ਜੀ। ਔਰ ਇਹ ਮੈਂ ਤਾਂ ਇਹ ਕਹਿੰਦਾ ਵੀ ਜਿਹੜਾ ਇਹ ਕਹਿੰਦੇ ਹੁੰਦੇ ਬਲੈਸਿੰਗ ਇਨ ਡਿਸਗਾਈਸ ਹੈ ਜਿਹੜਾ ਲੰਬਾ ਜਾ ਰਿਹਾ ਤਾਂ ਜੀ। ਔਰ ਜਿਵੇਂ ਤੁਸੀਂ ਦੱਸਿਆ ਕਿ RSS ਦੀ ਗੱਲ ਕਰਦੇ ਆ ਆਪਾਂ ਜੀ, ਕਿ RSS ਕਿਤੇ ਨਾ ਕਿਤੇ ਇਹ ਚੀਜ਼ ਸੋਚਦੀ ਨਹੀਂ ਹੋਊਗੀ ਕਿ ਉਹਨਾਂ ਨੂੰ ਜਿਹੜਾ ਤਕਰੀਬਨ ਪੌਣੀ ਸਦੀ ਲੱਗੀ ਇੱਕ ਸਟਰਕਚਰ ਖੜਾ ਕਰ ਲਈ ਉਹ ਹੁਣ ਡਿੱਗਦਾ ਨਜ਼ਰ ਆ ਰਿਹਾ, ਰੇਤ ਵਾਂਗੂ ਘਿਰਦਾ ਨਜ਼ਰ ਆ ਰਿਹਾ। ਇਸ ਚੀਜ਼ ਦੀ ਚਿੰਤਾ ਤਾਂ ਉਹਨਾਂ ਨੂੰ ਹੈ, ਪਰ ਕੀ ਉਹ ਮੋਦੀ ਸਾਹਿਬ ਨੂੰ ਸਿੱਧੇ ਤੌਰ ਤੇ ਨਹੀਂ ਕਹਿ ਰਿਹਾ? ਇਹ ਕਿਉਂ ਨਹੀਂ ਕਹਿ ਰਹੇ? ਨੰਬਰ 1। ਨੰਬਰ 2 ਤੇ ਕਿਤੇ ਨਾ ਕਿਤੇ RSS ਦੇ ਵਿੱਚ ਵੀ ਇਹ ਚੀਜ਼ RSS ਵਰਸਸ ਗੁਜਰਾਤੀ ਕਿਤੇ ਨਾ ਕਿਤੇ ਨਜ਼ਰ ਆਉਂਦੀ ਆ। ਦੇਖੋ ਮੈਂ ਤੁਹਾਨੂੰ ਇੱਕ ਚੀਜ਼ ਪਹਿਲਾਂ ਇਹ ਦੱਸਾਂ ਵੀ ਮੈਂ ਤੁਹਾਨੂੰ ਇੱਕ ਸਿੰਪਲ ਜਿਹੀ ਉਦਾਹਰਨ ਦੇਣਾ ਵੀ ਆਪਣੇ ਜਿਹੜੇ ਵੱਡੇ ਪਰਿਵਾਰ ਹੁੰਦੇ, ਬਜ਼ੁਰਗ ਹੁੰਦੇ, ਉਹਨਾਂ 'ਚ ਸਿਆਣੇ ਹੁੰਦੇ ਉਹ ਸਾਰੇ। ਹਾਂਜੀ। ਪਰ ਉਹ ਕਈ ਵਾਰੀ ਇਹ ਹੁੰਦਾ ਵੀ ਉਹਨਾਂ ਦੇ ਜਿਹੜੇ ਬੱਚੇ ਜਾਂ ਮੁੰਡੇ ਜਵਾਨ ਹੁੰਦੇ ਉਹਨਾਂ ਦੇ ਆਖੇ ਨਹੀਂ ਲੱਗਦੇ। ਉਹ ਬਜ਼ੁਰਗ ਕਹਿੰਦੇ ਵੀ ਉਹ ਮੁੰਡੇ ਉਹ ਕੰਮ ਖਰਾਬ ਹੋਈ ਜਾਂਦਾ ਹੈ, ਕਰਜ਼ਾ ਸਿਰ ਚੜੀ ਜਾਂਦਾ ਹੈ ਹਾਂਜੀ ਆਪਣਾ, ਤੇ ਆਪਣੇ ਨਾਲ ਰਿਸ਼ਤੇਦਾਰ ਵੀ ਲੜੀ ਜਾਂਦੇ ਆ ਤੇ ਵੀ ਇਹ ਤੁਸੀਂ ਬਚੋ। ਹਾਂਜੀ। ਉਹ ਕਹਿੰਦੇ ਬਾਪੂ ਤੂੰ ਚਿੰਤਾ ਨਾ ਕਰ, ਅਸੀਂ ਹੈਗੇ, ਅਸੀਂ ਸਾਂਭ ਲਾਂਗੇ। ਉਹ ਦੇਖਦੇ ਰਹਿੰਦੇ ਆ। ਫਿਰ ਇੱਕ ਟਾਈਮ ਇਹੋ ਜਿਹਾ ਹੁੰਦਾ ਵੀ ਜਦੋਂ ਉਹਨਾਂ ਨੂੰ ਬਿਲਕੁਲ ਕੁੱਦ ਕੇ ਵਿੱਚ ਆ ਜਾਣਾ ਪੈਂਦਾ ਵੀ ਉਹ ਕਹਿੰਦੇ ਹੁਣ ਤੁਸੀਂ ਪਾਸੇ ਹੋ ਜਾਓ। ਸੋ RSS ਇਸ ਵਕਤ ਉਸ ਸਥਿਤੀ ਦੇ ਵਿੱਚ ਹੈ। ਇਹ ਉਹਨਾਂ ਦੇ ਜਿਹੜੇ ਬੱਚੇ ਹੈ BJP ਦੀ ਸਰਕਾਰ ਵਾਲੇ ਚਲਾ ਰਹੇ ਹੈ, ਇਹ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਚਿੰਤਾ ਹੀ ਨਾ ਕਰੋ, ਅਸੀਂ ਤਾਂ ਸਰਕਾਰ ਨੂੰ ਤੁਸੀਂ ਦੇਖੋ ਅਗਲੀਆਂ ਵਾਰੀ ਇਲੈਕਸ਼ਨ 'ਚ ਅਸੀਂ ਫੇਰ ਲੈ ਜਾਣਾ। ਇਹ ਐਡੇ ਕੁ ਵਧੀਆ ਕਾਠ ਦੇ ਪੱਪੂ ਦੇ ਰਹੇ ਨੇ RSS ਨੂੰ ਵੀ ਉਹ ਉਹਨਾਂ ਨੂੰ ਨਾ ਚਾਹੁੰਦੇ ਹੋਏ ਨਿਗਲਣੇ ਪੈ ਰਹੇ ਨੇ। ਔਰ ਉਹ ਕਿਸੇ ਹੱਦ ਤੱਕ ਉਹਨਾਂ ਨੂੰ ਇਹ ਲੱਗਦਾ ਵੀ ਸ਼ਾਇਦ ਜਿਹੜਾ ਮੋਦੀ ਹੈ ਵੀ ਇਹ ਬੜਾ ਸਖਤ ਹੈ ਔਰ ਸ਼ਾਹ ਹੈ ਜਿਹੜਾ ਵੀ ਇਹ ਆਪਣੇ ਫੈਸਲੇ ਤੋਂ ਪਿੱਛੇ ਨਹੀਂ ਹਟਦੇ। ਹਾਂਜੀ। ਉਹਨਾਂ ਲਈ ਐਗਜ਼ਾਮਪਲ CA ਦਾ ਕਰ ਲਿਆ 370, ਔਰ ਉਹਨਾਂ ਨੇ ਕਿਹਾ ਵੀ ਇਹਨਾਂ ਨੇ ਜਿਹੜਾ ਨੋਟਬੰਦੀ ਕੀਤੀ, GST ਲਾਗੂ ਕੀਤੀ, ਇਹੋ ਜਿਹੀਆਂ ਕੁਛ ਚੀਜ਼ਾਂ ਸੀ ਜਿਹੜੀਆਂ ਲੋਕਾਂ ਨੇ ਉਹਨਾਂ ਨੂੰ ਅਲਾਉ ਕੀਤਾ ਔਰ ਉਹਨਾਂ ਦੇ ਮਨ 'ਚ ਬਹਿ ਗਏ ਵੀ ਅਸੀਂ ਜੋ ਮਰਜ਼ੀ ਕਰ ਲਈਏ। ਔਰ ਇਹੀ ਗੱਲ RSS ਨੂੰ ਇੱਕ ਲੱਗਦੀ ਹੈ ਵੀ ਸ਼ਾਇਦ ਇਹ ਇਸ ਜਿਹੜਾ ਅੰਦੋਲਨ ਹੈ ਇਹਨੂੰ ਵੀ ਇਹ ਕਿਸੇ ਤਰੀਕੇ ਦਬਾ ਲੈਣਗੇ। ਪਰ ਕੀ ਲੱਗਦਾ ਕਿ ਏਡੇ ਥਿੰਕ ਟੈਂਕ ਨੇ RSS ਕੋਲ ਜੀ, ਉਹ ਵੀ ਨਾਕਾਮ ਨੇ ਇਹਨਾਂ ਦੇ ਅੱਗੇ, ਉਹ ਵੀ ਇਹਨਾਂ ਦੀ ਜਿਹੜੀ ਅਸਲੀਅਤ ਉਹਨੂੰ ਨਹੀਂ ਸਮਝ ਸਕ ਰਹੇ। ਉਹ ਇਸ ਵਕਤ ਅਸਲੀਅਤ ਨੂੰ ਸਮਝ ਰਹੇ ਨੇ ਜੀ, ਉਹ ਇਹਨਾਂ ਨਾਲ ਗੱਲ ਵੀ ਕਰ ਰਹੇ ਨੇ। ਪਰ ਉਹਨਾਂ ਲਈ ਸਭ ਤੋਂ ਵੱਡਾ ਮਸਲਾ ਇਹ ਹੈ ਵੀ ਅੱਜ ਜੋ ਅਗਰ ਇਹਨਾਂ ਨੂੰ ਸਿੱਟਦੇ ਨੇ ਪਿੱਛੇ, ਕੋਈ ਉਹਨਾਂ ਲਈ ਬਹੁਤ ਵੱਡੀ ਗੱਲ ਨਹੀਂ ਹੈ। ਮੈਂ ਤੁਹਾਨੂੰ ਇਹ ਲਿਖ ਕੇ ਦਿੰਦਾ ਗਰੰਟੀਆਂ ਲਈ, ਅੱਜ ਉਹ ਕਹਿੰਦੇ ਨੇ ਵੀ ਮੋਦੀ ਸਾਹਿਬ ਨੂੰ ਜਾਂ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਜਾਂ ਗ੍ਰਹਿ ਮੰਤਰੀ ਸਾਹਿਬ ਨੂੰ ਤੁਸੀਂ ਪਾਸੇ ਹੋ ਜਾਓ, ਵੀ ਸਾਡਾ ਬੰਦਾ ਹੈਗਾ ਜਿਹੜਾ ਰਾਜਨਾਥ ਸਿੰਘ ਸਾਡਾ ਤਾਂ ਇਹ ਹੈ ਪ੍ਰਾਈਮ ਮਿਨਿਸਟਰ, ਇਹ ਪਾਸੇ ਹੋ ਜਾਣਗੇ ਜੀ। ਪਰ ਉਹ ਇੱਦਾਂ ਕਰਨ ਨਾਲ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਹੋਣਾ ਹੈ। ਅੱਜ ਵੀ ਉਹ ਸਿਰਫ ਤੇ ਸਿਰਫ ਆਪਣੇ ਵੋਟ ਬੈਂਕ ਨੂੰ ਬਚਾਉਣ ਵਾਸਤੇ RSS ਚੁੱਪ ਹੋਈ ਬੈਠੀ ਹੈ
ਕਿਉਂਕਿ ਇਹ 333 ਸੀਟਾਂ ਜਿਹੜੀਆਂ ਉਹਨਾਂ ਨੇ ਲਈਆਂ ਹੈ, ਜੀ ਇਹ 70 ਸਾਲਾਂ ਦੀ ਘਾਲਣਾ 'ਚ ਲਈਆਂ ਉਹਨਾਂ ਨੇ। 2 ਸੀਟਾਂ ਵਾਲੀ 1 ਸੀਟ ਵਾਲੀ ਪਾਰਟੀ ਸੀ ਇਹ ਜੀ। ਔਰ ਇਹਨਾਂ ਨੂੰ ਇਹ ਨਹੀਂ ਚਾਹੁੰਦੇ ਵੀ ਸਾਡੀਆਂ ਇਹ 333 ਤੋਂ 33 ਸੀਟਾਂ ਤੇ ਫੇਰ ਸਿਮਟ ਜਾਣ, ਜੋ ਕਿ ਹੁਣ ਅੱਜ ਕੱਲ੍ਹ ਦੇ ਹਾਲਾਤ ਜੋ ਹੈ ਇਹ ਬਣ ਰਹੇ ਨੇ। ਪਰ ਇਹ ਜੇ ਇਲੈਕਸ਼ਨ ਜੇ ਇਹ ਅੰਦੋਲਨ ਐਂ ਚੱਲਦਾ ਰਿਹਾ ਤੇ ਤੁਸੀਂ ਇਹ ਮੰਨੋ ਵੀ ਹਰ ਇੱਕ ਦਿਨ ਨਾਲ 1 ਸੀਟ ਘਟ ਰਹੀ ਹੈ ਬੀਜੇਪੀ ਦੀ। ਜੀ, ਪਰ ਜਿਵੇਂ ਤੁਸੀਂ ਦੇਖਦੇ ਕਿ ਆਰਐਸਐਸ ਦਾ ਬੜਾ ਥੱਲੜੇ ਲੈਵਲ ਤੇ ਉਹਨਾਂ ਨੇ ਆਪਣਾ ਤੰਤਰ ਫੈਲਾਇਆ, ਉਹਨਾਂ ਨੂੰ ਰਿਪੋਰਟ ਤਾਂ ਜਾਂਦੀ ਹੋਊਗੀ ਕਿ ਲੋਕਾਂ ਦੇ ਵਿੱਚ ਕਿੰਨਾ ਕੁ ਰੋਸ ਹੈ ਇਸ ਵੇਲੇ ਸਰਕਾਰ ਪ੍ਰਤੀ। ਖਾਲੀ ਕਿਸਾਨ ਅੰਦੋਲਨ ਨਹੀਂ, ਕਿਸਾਨ ਅੰਦੋਲਨ ਦੇ ਨਾਲ ਨਾਲ ਮਹਿੰਗਾਈ ਜਿਹੜੀ ਕਹਿੰਦੇ ਸੀ ਕਿ ਉਹੀ ਆਰਐਸਐਸ ਦੇ ਲੋਕ ਵਕਾਲਤ ਕਰਿਆ ਕਰਦੇ ਕਿ ਪੈਟਰੋਲ ਦੇ ਜਿਹੜੇ ਰੇਟ ਆ ਉਹ 35 ਰੁਪਈਆਂ ਤੇ ਆ ਜਾਣਗੇ, ਉਹ ਹੁਣ 100 ਨੂੰ ਛੂਹਣਾ ਸ਼ੁਰੂ ਕਰ ਦਿੱਤਾ। ਦੇਖੋ ਸਰ, ਮੇਰੇ ਬਚਪਨ 'ਚ ਮੈਂ ਨਿੱਕਾ ਹੁੰਦਾ ਇੱਕ ਆਪਣੇ ਰਿਸ਼ਤੇਦਾਰ ਦੇ ਘਰ ਗਿਆ ਸੀ ਜਲੰਧਰ, ਤੇ ਉਹ ਕਾਫੀ ਵੱਡੇ ਲੀਡਰ ਸੀ ਬੀਜੇਪੀ ਦੀ, ਤੇ ਉਹ ਆਰਐਸਐਸ ਦੀ ਸ਼ਾਖਾ 'ਚ ਵੀ ਜਾਂਦੇ ਹੁੰਦੇ ਸੀ। ਮੈਂ ਵੀ ਗਿਆ ਸੀ ਉੱਥੇ ਇੱਕ ਵਾਰੀ ਜੀ। ਔਰ ਮੈਂ ਸਮਝਦਾ ਵੀ ਆਰਐਸਐਸ ਦੀਆਂ ਜਿਹੜੀ ਸ਼ਾਖਾ ਹੈਗੀਆਂ ਉਹਨਾਂ ਦਾ ਬੜੀਆਂ ਗ੍ਰਾਸ ਰੂਟ ਦੇ ਵਿੱਚ ਉਹਨਾਂ ਦੇ ਜੜ੍ਹਾਂ ਹੈਗੀਆਂ ਫੈਲੀਆਂ ਹੋਈਆਂ। ਹਾਂਜੀ। ਖਾਸ ਕਰਕੇ ਸ਼ਹਿਰੀ ਤੇ ਛੋਟੇ ਸ਼ਹਿਰਾਂ 'ਚ ਤੇ ਕਸਬਿਆਂ 'ਚ। ਹਾਂਜੀ। ਪਿੰਡਾਂ ਦੇ ਵਿੱਚੋਂ ਉਹਨਾਂ ਦੀ ਵਿਚਾਰਧਾਰਾ ਦੇ ਬੰਦੇ ਹੈ ਪਰ ਉਹ ਸ਼ਾਖਾ ਨਹੀਂ ਲੱਗਦੀ। ਹਾਂਜੀ। ਸੋ ਮੈਂ ਤੁਹਾਨੂੰ ਦੋ ਐਗਜ਼ਾਮਪਲ ਦੇਵਾਂਗਾ, ਪੰਜਾਬ ਦੀਆਂ ਤੇ ਹਰਿਆਣੇ ਦੀਆਂ। ਹਾਂਜੀ। ਪੰਜਾਬ ਔਰ ਹਰਿਆਣੇ ਦੇ ਵਿੱਚ ਜਿਹੜੇ ਬੀਜੇਪੀ ਦੇ ਲੀਡਰ ਹੈ ਉਹ ਸ਼ਹਿਰ 'ਚ ਨਹੀਂ ਵੜ ਸਕਦੇ। ਹਾਂਜੀ। ਤਾਂ ਤੁਹਾਡਾ ਕੀ ਖਿਆਲ ਹੈ ਵੀ ਉੱਥੋਂ ਦੇ ਲੋਕਾਂ ਨੇ, ਉੱਥੋਂ ਦੇ ਆਰਐਸਐਸ ਦੇ ਵਰਕਰਾਂ ਨੇ ਦੱਸਿਆ ਨਹੀਂ ਹੋਊਗਾ? ਉਹਨਾਂ ਨੇ ਦੱਸਿਆ। ਹਾਂਜੀ। ਉਹਨਾਂ ਨੇ ਆਪਣੇ ਸੰਚਾਲਕਾਂ ਨੂੰ ਇਹ ਦੱਸਤਾ ਵੀ ਸਾਡੇ ਲਈ ਲਾਈਫ ਬੜੀ ਔਖੀ ਹੈ, ਅਸੀਂ ਜੇ ਬਾਹਰ ਨਿਕਲਦੇ ਹਾਂ ਤਾਂ ਸਾਡਾ ਲੋਕ ਮੂੰਹ ਕਾਲਾ ਕਰਦੇ ਨੇ ਜੀ, ਇਸ ਲਈ ਤੁਸੀਂ ਇਹਦੇ ਤੇ ਕੁਝ ਕਰੋ। ਸੋ ਇਹ ਇੱਕ ਜੋ ਆਪਣਾ ਚਿੰਤਾ ਦਾ ਵਿਸ਼ਾ ਆਰਐਸਐਸ ਲਈ ਹੈ ਉਹ ਬਣ ਚੁੱਕਿਆ ਹੈ। ਯੂਪੀ ਦੇ ਵਿੱਚ, ਬਿਹਾਰ, ਆਪਣਾ ਪੰਜਾਬ ਦੇ ਵਿੱਚ ਤੇ ਹਰਿਆਣੇ ਦੇ ਵਿੱਚ ਬੀਜੇਪੀ ਲੀਡਰਾਂ ਦਾ ਜੋ ਬਾਈਕਾਟ ਕੀਤਾ ਹੈ ਹਾਂਜੀ ਲੋਕਾਂ ਨੇ ਇੱਕ ਗ੍ਰਾਸ ਰੂਟ ਲੈਵਲ ਤੇ ਜੀ, ਉਹ ਇਹਨਾਂ ਲਈ ਇੱਕ ਬਹੁਤ ਵੱਡੀ ਚਿੰਤਾ ਦਾ ਵਿਸ਼ਾ। ਔਰ ਉਹਦੇ ਨਾਲ ਆਰਐਸਐਸ ਨੇ ਉਹ ਫੀਡਬੈਕ ਆਪਣੀ ਦੇ ਚੁੱਕੀ ਆ ਜੀ। ਸੋ ਇੱਥੇ ਫਿਰ ਮੈਂ ਗੱਲ ਉਹੀ ਆਊਂਗਾ ਵੀ ਆਰਐਸਐਸ ਅਜੇ ਵੀ ਵੇਟ ਐਂਡ ਵਾਚ ਵਾਲੀ ਨੀਤੀ ਤੇ ਹੈ ਵੀ ਸ਼ਾਇਦ ਇਹ ਬਾਕੀ ਹੋਰ ਸਾਰੇ ਅੰਦੋਲਨਾਂ ਨੂੰ ਦਬਾਉਣ ਵਾਂਗੂ ਇਹਨੂੰ ਵੀ ਦਬਾ ਲੈਣਗੇ, ਪਰ ਉਹ ਇੱਥੇ ਗਲਤੀ ਕਰ ਰਹੀ ਹੈ ਜੀ, ਉਹ ਸੋਚ ਨਹੀਂ ਰਹੇ ਸਹੀ ਤਰੀਕੇ ਨਾਲ। ਬਹੁਤ ਬਹੁਤ ਮਿਹਰਬਾਨੀ ਵਿਸ਼ੇਸ਼ ਸਾਹਿਬ, ਥੈਂਕ ਯੂ। ਤੁਸੀਂ ਆਪਣਾ ਵਿਚਾਰ ਜ਼ਰੂਰ ਦੱਸਿਆ ਕਰੋ ਜੀ, ਸਾਨੂੰ ਤੁਹਾਡਾ ਫੀਡਬੈਕ ਬਹੁਤ ਚੰਗਾ ਲੱਗਦਾ ਵਾ। ਸਾਡਾ YouTube ਚੈਨਲ ਆ punjabi#TV, ਉਹਨੂੰ ਸਬਸਕ੍ਰਾਈਬ ਕਰ ਲਿਓ। ਸਾਡੇ ਵੈਬਸਾਈਟ 'ਤੇ ਵੀ ਤੁਸੀਂ ਸਾਨੂੰ ਚੈੱਕ ਕਰਦੇ ਰਿਹਾ ਕਰੋ। ਸਮੇਂ-ਸਮੇਂ ਅਸੀਂ ਤੁਹਾਡੇ ਲਈ ਨਵੇਂ ਤੋਂ ਨਵੀਂ ਗੱਲਬਾਤ, ਨਵਾਂ ਵਿਸ਼ਾ, ਨਵਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦੇ ਹਾਂ। ਅੱਜ ਦੇ ਪ੍ਰੋਗਰਾਮ ਦੀ ਇੱਥੇ ਸਮਾਪਤੀ ਹੋ ਗਈ। ਸਤਿ ਸ੍ਰੀ ਅਕਾਲ।